ਅੱਜ ਅਸੀਂ ਕਰਾਂਗੇ ਪੰਜਾਬੀ ਵਿਆਕਰਨ ਦਾ ਪਾਠ ਵਰਣਬੋਧ ਅਤੇ ਵਰਣਮਾਲਾ। ਜਦੋਂ ਵੀ ਅਸੀਂ ਬੋਲਦੇ ਹਾਂ ਤਾਂ ਸਾਡੇ ਜਿਹੜੇ ਉਚਾਰਨ ਅੰਗ ਹੈ ਉਹਨਾਂ ਵਿੱਚੋਂ ਕੁਝ ਆਵਾਜ਼ਾਂ ਨਿਕਲਦੀਆਂ। ਵਿਆਕਰਨ ਵਿੱਚ ਇਹਨਾਂ ਆਵਾਜ਼ਾਂ ਨੂੰ ਹੀ ਧੁਨੀਆਂ ਕਿਹਾ ਜਾਂਦਾ। ਯਾਨੀ ਕਿ ਜਦੋਂ ਵੀ ਅਸੀਂ ਮੂੰਹ ਵਿੱਚੋਂ ਕੁਛ ਵੀ ਬੋਲਦੇ ਹਾਂ, ਜਦੋਂ ਸਾਡੇ ਉਚਾਰਨ ਅੰਗ ਹੈ, ਜਦੋਂ ਕੋਈ ਆਵਾਜ਼ ਕੱਢਦੇ ਹੈ ਤਾਂ ਵਿਆਕਰਨ ਦੇ ਵਿੱਚ ਉਹਨਾਂ ਆਵਾਜ਼ਾਂ ਨੂੰ ਅਸੀਂ ਧੁਨੀ ਦਾ ਨਾਮ ਦਿੰਦੇ ਹਾਂ। ਜਿਵੇਂ ਅਸੀਂ ਘਰ ਸ਼ਬਦ ਉਚਾਰਦੇ ਹਾਂ ਜਾਂ ਸਾਡੇ ਉਚਾਰਨ ਅੰਗ ਵਿੱਚੋਂ ਕੋਈ ਵੀ ਹੋਰ ਸ਼ਬਦ ਨਿਕਲਦਾ ਹੈ ਤਾਂ ਉਹ ਕਈ ਧੁਨੀਆਂ ਤੋਂ ਮਿਲ ਕੇ ਬਣਿਆ ਹੁੰਦਾ ਹੈ। ਤਾਂ ਜਦੋਂ ਧੁਨੀਆਂ ਤੋਂ ਮਿਲ ਕੇ ਬਣਦਾ ਹੈ ਤਾਂ ਉਹ ਸ਼ਬਦ ਅਖਵਾਉਂਦਾ ਹੈ। ਇਹਨਾਂ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਜਿਹੜੇ ਚਿੰਨ੍ਹ ਵਰਤੇ ਜਾਂਦੇ ਹਨ ਉਹਨਾਂ ਨੂੰ ਵਰਨ ਜਾਂ ਅੱਖਰ ਕਿਹਾ ਜਾਂਦਾ ਹੈ। ਠੀਕ ਹੈ ਜੀ, ਕਿ ਪਹਿਲਾਂ ਆਪਾਂ ਸਮਝਿਆ ਕਿ ਜਿਹੜੇ ਸਾਡੇ ਉਚਾਰਨ ਅੰਗ ਕੋਈ ਆਵਾਜ਼ ਕੱਢਦੇ ਹੈ ਤਾਂ ਉਹ ਧੁਨੀ ਕਹਾਉਂਦੀ ਹੈ। ਜਦੋਂ ਉਹ ਧੁਨੀਆਂ ਮਿਲਦੀਆਂ ਹਨ ਤਾਂ ਉਹ ਸ਼ਬਦ ਬਣ ਜਾਂਦਾ ਹੈ। ਠੀਕ ਹੈ, ਅਤੇ ਇਹਨਾਂ ਧੁਨੀਆਂ ਤੋਂ ਮਿਲੇ ਹੋਏ ਸ਼ਬਦਾਂ ਨੂੰ ਅਸੀਂ ਕੀ ਲਿਖਤੀ ਰੂਪ ਵਿੱਚ ਲਿਖਦੇ ਹਾਂ ਤਾਂ ਉਹ ਅੱਖਰ ਜਾਂ ਵਰਨ ਅਖਵਾਉਂਦੇ ਹਨ। ਇਸ ਤਰ੍ਹਾਂ ਵਰਨ ਜਾਂ ਅੱਖਰ ਦੀ ਪਰਿਭਾਸ਼ਾ ਸਭ ਤੋਂ ਪਹਿਲੇ ਹੈ ਵਰਨ ਦੀ ਪਰਿਭਾਸ਼ਾ। ਧੁਨੀਆਂ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਵਰਤੇ ਜਾਣ ਵਾਲੇ ਚਿੰਨ੍ਹਾਂ ਨੂੰ ਵਰਨ ਕਿਹਾ ਜਾਂਦਾ ਹੈ। ਸਮਝ ਆ ਗਈ ਹੋਏਗੀ ਕਿ ਧੁਨੀਆਂ ਨੂੰ ਜਦੋਂ ਅਸੀਂ ਜਿਹੜੇ ਮੂੰਹ ਵਿੱਚੋਂ ਸਾਡੇ ਧੁਨੀਆਂ ਨਿਕਲਦੀਆਂ ਹੈ, ਜਿਹੜੇ ਸਾਡੇ ਉਚਾਰਨ ਅੰਗ ਆਵਾਜ਼ ਕੱਢਦੇ ਹੈ, ਜਿਹੜੀ ਧੁਨੀ ਕੱਢਦੇ ਹੈ, ਜਦੋਂ ਅਸੀਂ ਉਸ ਨੂੰ ਲਿਖ ਕੇ ਪ੍ਰਗਟ ਕਰਦੇ ਹਾਂ ਤਾਂ ਉਹ ਲਿਖਣ ਵਾਸਤੇ ਜਿਹੜੇ ਚਿੰਨ੍ਹਾਂ ਦੀ ਅਸੀਂ ਵਰਤੋਂ ਕਰਦੇ ਹਾਂ ਉਹਨਾਂ ਨੂੰ ਵਰਨ ਕਿਹਾ ਜਾਂਦਾ ਹੈ। ਉਸ ਤੋਂ ਅੱਗੇ ਹੈ ਵਰਣਮਾਲਾ ਦੀ ਪਰਿਭਾਸ਼ਾ। ਪਹਿਲੇ ਅਸੀਂ ਵਰਨ ਦੀ ਪਰਿਭਾਸ਼ਾ ਸਮਝੀ, ਫਿਰ ਹੁਣ ਵਰਣਮਾਲਾ ਦੀ ਪਰਿਭਾਸ਼ਾ। ਭਾਸ਼ਾ ਵਿੱਚ ਸਾਰੇ ਵਰਨਾਂ ਜਾਂ ਅੱਖਰਾਂ ਦੀ ਖਾਸ ਤਰਤੀਬ ਨੂੰ ਵਰਣਮਾਲਾ ਕਿਹਾ ਜਾਂਦਾ ਹੈ। ਦੇਖੋ, ਕੋਈ ਵੀ ਚੀਜ਼ ਹੈ ਉਹਨੂੰ ਆਪਾਂ ਸਿਸਟਮ ਦੇ ਨਾਲ ਲਿਖਾਂਗੇ ਜਾਂ ਸਿਸਟਮ ਦੇ ਨਾਲ ਪੜ੍ਹਾਂਗੇ ਜਾਂ ਘਰ ਦੇ ਵਿੱਚ ਵੀ ਆਪਾਂ ਕੋਈ ਚੀਜ਼ ਨੂੰ ਰੱਖਦੇ ਹਾਂ ਜਾਂ ਕਿਸੇ ਵੀ ਤਰੀਕੇ ਨਾਲ ਕਰਦੇ ਹਾਂ ਤਾਂ ਉਹ ਚੀਜ਼ ਚੰਗੀ ਲੱਗਦੀ ਹੈ। ਜਿਵੇਂ ਹੁਣ ਘਰ ਦੇ ਵਿੱਚ ਰੂਟੀਨ ਹੈ ਕਿ ਆਪਾਂ ਪਹਿਲੇ ਸਫਾਈ ਕਰਦੇ ਹਾਂ, ਫਿਰ ਆਪਾਂ ਬੈਠਦੇ ਹਾਂ ਜਾਂ ਖਾਣਾ ਪਕਾਉਣ ਤੋਂ ਬਾਅਦ ਆਪਾਂ ਖਾਂਦੇ ਹਾਂ। ਇਹ ਸਾਰੇ ਸਿਸਟਮ ਨਾਲ ਆਪਾਂ ਕੰਮ ਕਰਦੇ ਹਾਂ। ਉਸੇ ਤਰ੍ਹਾਂ ਹੀ ਵਿਆਕਰਨ ਦੇ ਵਿੱਚ ਵੀ ਕੀ ਹੈ ਕਿ ਭਾਸ਼ਾ ਵਿੱਚ ਸਾਰੇ ਵਰਨਾਂ ਜਾਂ ਅੱਖਰਾਂ ਨੂੰ ਇੱਕ ਤਰਤੀਬ ਵਿੱਚ ਰੱਖਿਆ ਜਾਂਦਾ ਹੈ, ਇੱਕ ਸਿਸਟਮ ਵਿੱਚ। ਠੀਕ ਹੈ, ਅਤੇ ਉਹ ਤਰਤੀਬ ਵਿੱਚ ਲਿਖਣਾ ਹੀ ਵਰਣਮਾਲਾ ਅਖਵਾਉਂਦਾ ਹੈ। ਹਰ ਭਾਸ਼ਾ ਦੀ ਕਹਿੰਦੇ ਆਪਣੀ ਵਰਣਮਾਲਾ ਹੁੰਦੀ ਹੈ। ਪੰਜਾਬੀ ਵਰਣਮਾਲਾ ਦੇ ਕਿੰਨੇ ਅੱਖਰ ਹੈ? 41। ਕਿੰਨੇ ਵਰਨ ਹੈ? 41 ਵਰਨ ਹਨ, ਜਿਨ੍ਹਾਂ ਨੂੰ ਹੇਠਲੇ 8 ਵਰਗਾਂ ਦੇ ਜਾਂ ਟੋਲੀਆਂ ਦੇ ਵਿੱਚ ਵੰਡਿਆ ਗਿਆ ਹੈ। ਯਾਨੀ ਕਿ 8 ਵਰਗ ਕਰ ਦਿੱਤੇ ਗਏ ਹੈ ਸਾਡੀ ਇਸ ਪੰਜਾਬੀ ਵਰਣਮਾਲਾ ਦੇ। ਠੀਕ ਹੈ, ਉਸ ਤੋਂ ਬਾਅਦ ਇਹਦੇ ਵਿੱਚ ਹੈ ਕਿੰਨੇ ਇਹ ਵਰਨ ਕਿੰਨੇ ਹਨ? ਇਹ ਸਾਡੀ ਜਿਹੜੀ ਵਰਣਮਾਲਾ ਹੈ ਇਹ 41 ਵਰਨਾਂ ਦੀ ਬਣੀ ਹੋਈ ਹੈ। 41 ਅੱਖਰ ਹਨ ਇਸ ਦੇ ਵਿੱਚ, ਜਿਹੜੀ ਕਿ ਤੁਹਾਨੂੰ ਸਾਹਮਣੇ ਦਿਖਾਈ ਦੇ ਰਹੇ ਹੋਣਗੇ। ਇਹ ਸਾਡੇ ਜਿਹੜੇ ਹੈ 8 ਵਰਗਾਂ ਦੇ ਵਿੱਚ ਵੰਡੇ ਹੋਏ ਹਨ। ਠੀਕ ਹੈ, ਇਸ ਦੇ ਪਹਿਲੇ ਵਰਗ ਨੂੰ ਆਪਾਂ ਮੁੱਖ ਵਰਗ ਕਹਿ ਦਿੰਦੇ ਹਾਂ, ਫਿਰ ਦੂਸਰੇ ਨੂੰ ਅਸੀਂ ਕ ਵਰਗ ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਹੀ ਚ ਵਰਗ, ਟ ਵਰਗ, ਤ ਵਰਗ, ਪ ਵਰਗ ਅਤੇ ਅੰਤਮ ਵਰਗ। ਔਰ ਜਿਹੜੇ ਨਵੇਂ ਸ਼ਬਦ ਆਏ ਹੈ ਜਿਹਦੇ ਵਿੱਚ ਆਪਾਂ ਬਿੰਦੀ ਨਾਲ ਬਣਾਏ ਜਾਂਦੇ ਹੈ ਉਹ ਹੈ ਨਵੀਨ ਵਰਗ। ਜਿਵੇਂ ਜਿਵੇਂ ਇਹ 8 ਵਰਗ ਅਲੱਗ-ਅਲੱਗ ਭਾਗ ਦੇ ਵਿੱਚ ਵੰਡੇ ਹੋਏ ਹਨ। ਅੱਗੇ ਹੈ ਵਰਨ ਦੀਆਂ ਕਿਸਮਾਂ। ਪੰਜਾਬੀ ਭਾਸ਼ਾ ਵਿਚਲੇ ਵਰਨਾਂ ਦੀਆਂ ਹੇਠਲੀਆਂ 2 ਕਿਸਮਾਂ। ਹੁਣ ਇਹਦੇ ਵਿੱਚ ਕੀ ਹੈ ਬੇਟੇ ਕਿ ਵਰਨਾਂ ਦੀਆਂ ਅੱਗੇ ਕਿਸਮਾਂ ਬਣਾਈਆਂ ਗਈਆਂ। ਵਰਨ ਕਿੰਨੀ ਕਿਸਮ ਦੇ ਪਾਏ ਗਏ ਹੈ? ਵਰਨ 2 ਕਿਸਮ ਦੇ। ਸਭ ਤੋਂ ਪਹਿਲਾਂ ਹੈ ਸਵਰ ਅਤੇ ਦੂਸਰਾ ਹੈ ਵਿਅੰਜਨ। ਸਭ ਤੋਂ ਪਹਿਲੇ ਹੈ ਸਵਰ। ਜਿਹੜੇ ਵਰਨ ਕਿਸੇ ਹੋਰ ਵਰਨ ਦੀ ਸਹਾਇਤਾ ਤੋਂ ਬਿਨਾਂ ਹੀ ਉਚਾਰੇ ਜਾਂਦੇ ਹਨ ਉਹਨਾਂ ਨੂੰ ਸਵਰ ਆਖਦੇ ਹਨ। ਯਾਨੀ ਕਿ ਜਿਹੜੇ ਵਰਨ, ਜਿਹੜੇ ਅੱਖਰ
ਕਿਸੇ ਹੋਰ ਦੀ ਸਹਾਇਤਾ ਤੋਂ ਬਿਨਾਂ ਹੀ ਇਕੱਲੇ ਹੀ ਬੋਲੇ ਜਾਂਦੇ ਹਨ। ਉਹਨਾਂ ਨੂੰ ਕਿਸੇ ਹੋਰ ਵਰਨ ਦੀ ਸਹਾਇਤਾ ਦੀ ਲੋੜ ਨਹੀਂ ਹੁੰਦੀ, ਉਹਨਾਂ ਨੂੰ ਸਵਰ ਆਖਦੇ ਹਨ। ਇਹਨਾਂ ਵਰਨਾਂ ਦੇ ਉਚਾਰਨ ਸਮੇਂ ਸਾਡੇ ਫੇਫੜਿਆਂ ਵਿੱਚੋਂ ਨਿਕਲੀ ਹਵਾ ਬਿਨਾਂ ਕਿਸੇ ਰੁਕਾਵਟ ਦੇ ਬਾਹਰ ਨਿਕਲਦੀ ਹੈ। ਵੀ ਜਦੋਂ ਅਸੀਂ ਇਹਨਾਂ ਸਵਰਾਂ ਦਾ ਉਚਾਰਨ ਕਰਦੇ ਹਾਂ ਨਾ, ਤਾਂ ਸਾਡੇ ਜਿਹੜੇ ਫੇਫੜਿਆਂ ਵਿੱਚੋਂ ਹਵਾ ਨਿਕਲਦੀ ਹੈ ਉਹਦੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ, ਉਹ ਸਿੱਧੀ ਹੀ ਸਵਰ ਦੇ ਰੂਪ ਵਿੱਚ ਬਾਹਰ ਨਿਕਲਦੀ ਹੈ। ਪੰਜਾਬੀ ਭਾਸ਼ਾ ਦੇ ਵਿੱਚ ਕੇਵਲ 3 ਸਵਰ ਹਨ। ਕਿਹੜੇ ਕਿਹੜੇ ਹੈ? ਊੜਾ, ਆੜਾ, ਈੜੀ ਹਨ। ਠੀਕ ਹੈ ਜੀ, ਸਵਰ ਸਮਝ ਆ ਗਿਆ ਹੋਏਗਾ। ਉਸ ਤੋਂ ਅਗਲਾ ਪਾਰਟ ਹੈ ਵਿਅੰਜਨ। ਜਿਹੜੇ ਵਰਨ ਕਿਸੇ ਹੋਰ ਵਰਨ ਦੀ ਸਹਾਇਤਾ ਨਾਲ ਹੀ ਉਚਾਰੇ ਜਾ ਸਕਦੇ ਹਨ, ਉਹਨਾਂ ਨੂੰ ਵਿਅੰਜਨ ਆਖਦੇ ਹਨ। ਯਾਨੀ ਕਿ ਵਿਅੰਜਨ ਦੇ ਵਿੱਚ ਕੀ ਹੈ ਕਿ ਇੱਕ ਵਰਨ ਕਿਸੇ ਹੋਰ ਵਿਅੰਜਨ ਦੀ ਸਹਾਇਤਾ ਦੇ ਨਾਲ ਬੋਲੇ ਜਾਂਦੇ ਹਨ। ਇਹਨਾਂ ਵਰਨਾਂ ਦੇ ਉਚਾਰਨ ਸਮੇਂ ਜਿਹੜੀ ਹਵਾ ਹੈ ਉਹ ਫੇਫੜਿਆਂ ਵਿੱਚ ਰੁਕਾਵਟ ਪੈਦਾ ਕਰਕੇ ਬਾਹਰ ਨਿਕਲਦੀ ਹੈ, ਯਾਨੀ ਕਿ ਉਚਾਰਨ ਅੰਗ ਨਾਲ ਟਕਰਾ ਕੇ ਬਾਹਰ ਨਿਕਲਦੀ ਹੈ। ਪੰਜਾਬੀ ਭਾਸ਼ਾ ਵਿੱਚ ਹੇਠਲੇ 38 ਵਿਅੰਜਨ ਹਨ, ਜਿਹੜੇ ਤੁਹਾਨੂੰ ਨੀਚੇ ਦਿਖਾਈ ਦੇ ਰਹੇ ਹੈ। ਇਹ 38 ਸਾਡੇ ਕੀ ਹੈ? ਵਿਅੰਜਨ ਹਨ। ਊੜਾ, ਆੜਾ, ਈੜੀ ਨੂੰ ਛੱਡ ਕੇ ਬਾਕੀ ਸਾਰੇ ਸੱਸੇ ਤੋਂ ਲੈ ਕੇ ਲਾਸਟ ਤੱਕ ਇਹ ਵਿਅੰਜਨ ਹਨ। ਅੱਗੇ ਹੈ ਵਿਅੰਜਨ ਅੱਗੋਂ 2 ਕਿਸਮ ਦੇ ਹੁੰਦੇ ਹੈ। ਇਹਨਾਂ ਵਿਅੰਜਨਾਂ ਨੂੰ ਵੀ ਅੱਗੇ 2 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਕਿਹੜੇ ਕਿਹੜੇ? ਨੰਬਰ 1 ਹੈ ਅਨੁਨਾਸਕ ਵਿਅੰਜਨ। ਇਹ ਕਿਹੜੇ ਵਿਅੰਜਨ ਹੈ? ਜਿਹੜੇ ਵਰਨਾਂ ਦੇ ਉਚਾਰਨ ਸਮੇਂ ਧੁਨੀ ਜਾਂ ਆਵਾਜ਼ ਦਾ ਕੁਝ ਭਾਗ ਸਾਡੇ ਨੱਕ ਵਿੱਚੋਂ ਬਾਹਰ ਹੋ ਕੇ ਆਉਂਦਾ ਹੈ। ਜਦੋਂ ਅਸੀਂ ਇਹਨਾਂ ਦਾ ਉਚਾਰਨ ਕਰਦੇ ਹਾਂ ਨਾ, ਤਾਂ ਸਾਡੀ ਜਿਹੜੀ ਆਵਾਜ਼ ਹੈ ਉਹ ਨੱਕ ਰਾਹੀਂ ਬਾਹਰ ਆਉਂਦੀ ਹੈ। ਉਹਨਾਂ ਵਰਨਾਂ ਨੂੰ ਅਨੁਨਾਸਕ ਵਿਅੰਜਨ ਆਖਦੇ ਹਨ। ਪੰਜਾਬੀ ਭਾਸ਼ਾ ਵਿੱਚ 5 ਅਨੁਨਾਸਕ ਵਿਅੰਜਨ ਹਨ। ਕਿੰਨੇ ਹਨ? 5। ਯਈਆਂ, ਯਈਆਂ, ਨਾਣਾ, ਨੰਨਾ, ਮੰਮਾ। ਇਹ ਜਿਹੜੇ ਹੈ 5 ਵਿਅੰਜਨ ਅਨੁਨਾਸਕ ਹਨ। ਇਹਨਾਂ ਦੇ ਨਾਲ ਕੀ ਹੈ ਕਿ ਜਦੋਂ ਅਸੀਂ ਇਹਨਾਂ ਦਾ ਉਚਾਰਨ ਕਰਦੇ ਹਾਂ ਤਾਂ ਸਾਡੀ ਜਿਹੜੀ ਆਵਾਜ਼ ਹੈ ਉਹ ਨੱਕ ਵਿੱਚੋਂ ਬਾਹਰ ਆਉਂਦੀ ਹੈ। ਦੂਸਰਾ ਭਾਗ ਹੈ ਸਧਾਰਨ ਵਿਅੰਜਨ। ਅਨੁਨਾਸਕ ਵਿਅੰਜਨਾਂ ਨੂੰ ਛੱਡ ਕੇ ਬਾਕੀ ਦੇ ਸਾਰੇ ਜਿਹੜੇ ਵਿਅੰਜਨ ਹੈ ਉਹ ਸਧਾਰਨ ਵਿਅੰਜਨ ਹੀ ਅਖਵਾਉਂਦੇ ਹਨ। ਠੀਕ ਹੈ ਜੀ, ਸਮਝ ਆ ਗਿਆ। ਉਸ ਤੋਂ ਬਾਅਦ ਹੈ ਦੁੱਤ ਅੱਖਰ। ਪੰਜਾਬੀ ਭਾਸ਼ਾ ਵਿੱਚ ਕਈ ਅਜਿਹੇ ਸ਼ਬਦਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਉਚਾਰਨ ਸਮੇਂ 2 ਵਰਨਾਂ ਦੀ ਸਾਂਝੀ ਆਵਾਜ਼ ਆਉਂਦੀ ਹੈ। ਦੇਖੋ, ਕਈ ਵਾਰ ਕੀ ਹੁੰਦਾ ਹੈ ਕਿ ਪੰਜਾਬੀ ਵਿੱਚ ਜਦੋਂ ਅਸੀਂ ਬੋਲਦੇ ਹਾਂ ਤਾਂ ਵਰਨ ਇਸ ਤਰ੍ਹਾਂ ਹੁੰਦੇ ਆ, ਵਰਨਾਂ ਦਾ ਉਚਾਰਨ ਇਸ ਤਰ੍ਹਾਂ ਦਾ ਹੁੰਦਾ ਹੈ ਕਿ 2 ਵਰਨਾਂ ਦੀ ਇਕੱਠੀ ਆਵਾਜ਼ ਸਾਂਝੀ ਹੋ ਕੇ ਬਾਹਰ ਨਿਕਲਦੀ ਹੈ। ਇਸ ਆਵਾਜ਼ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਕੁਝ ਵਰਨਾਂ ਨੂੰ ਦੂਸਰੇ ਵਰਨਾਂ ਦੇ ਪੈਰਾਂ ਵਿੱਚ ਪਾ ਦਿੱਤਾ ਜਾਂਦਾ ਹੈ ਕਿ ਜਦੋਂ ਸਾਂਝੀ 2 ਵਰਨਾਂ ਦੀ ਆਵਾਜ਼ ਨਿਕਲੇਗੀ ਤਾਂ ਉਹ ਸਾਂਝੀ 2 ਆਵਾਜ਼ਾਂ ਨੂੰ ਪ੍ਰਗਟ ਕਰਨ ਦੇ ਲਈ ਕੀ ਕੀਤਾ ਜਾਂਦਾ ਹੈ? ਇੱਕ ਵਰਨ ਨੂੰ ਦੂਸਰੇ ਵਰਨ ਦੇ ਪੈਰ 'ਤੇ ਪਾ ਦਿੱਤਾ ਜਾਂਦਾ ਹੈ। ਅਜਿਹੇ ਵਰਨਾਂ ਨੂੰ ਹੀ ਅਰਧ ਸਵਰ ਜਾਂ ਦੁੱਤ ਅੱਖਰ ਵੀ ਆਖਦੇ ਹਨ। ਕੀ ਆਖਦੇ ਹੈ? ਅਰਧ ਸਵਰ ਵੀ ਕਿਹਾ ਜਾਂਦਾ ਅਤੇ ਦੁੱਤ ਅੱਖਰ ਵੀ ਆਖਿਆ ਜਾਂਦਾ ਹੈ। ਪੰਜਾਬੀ ਭਾਸ਼ਾ ਵਿੱਚ ਹੇਠਲੇ 3 ਅਰਧ ਸਵਰ ਜਾਂ ਦੁੱਤ ਅੱਖਰ ਹਨ। ਕਿਹੜੇ ਕਿਹੜੇ ਦੁੱਤ ਅੱਖਰ ਹਨ? ਪਹਿਲੇ ਨੰਬਰ 'ਤੇ ਹੈ ਹਾਹਾ, ਰਾਰਾ, ਵਾਵਾ। ਇਹ 3 ਇਹੋ ਜਿਹੇ ਦੁੱਤ ਅੱਖਰ ਹਨ ਜਿਹੜੇ ਕਿ ਵਰਨ ਦੇ ਪੈਰ ਵਿੱਚ ਪੈਂਦੇ ਹਨ, ਇਸੇ ਕਰਕੇ ਇਹਨਾਂ ਨੂੰ ਦੁੱਤ ਅੱਖਰ ਆਖਿਆ ਜਾਂਦਾ ਹੈ। ਇਹਦੇ ਚਿੰਨ੍ਹ ਸਾਹਮਣੇ ਦੇ ਰੱਖੇ ਨੇ। ਉਸ ਤੋਂ ਬਾਅਦ ਇਹਦੀ ਉਦਾਹਰਣ ਹੈ, ਜਿਵੇਂ ਪਹਿਲੇ ਨੰਬਰ 'ਤੇ ਹਾਹੇ ਦੀ ਉਦਾਹਰਣ ਹੈ ਪੜ, ਹੜ, ਵਰ। ਇਹ ਜਿਸ ਤਰ੍ਹਾਂ ਕਿ ਪੈਰ ਦੇ ਵਿੱਚ ਪਾਇਆ ਗਿਆ ਹੈ, ਇਸ ਤੋਂ ਤੁਹਾਨੂੰ ਪਤਾ ਲੱਗਦਾ ਹੀ ਹੋਏਗਾ ਕਿ ਇਹ ਦੁੱਤ ਅੱਖਰ ਹਨ ਜਿਹੜੇ ਕਿ ਪੈਰ ਵਿੱਚ ਦੂਹਰੀ ਆਵਾਜ਼ ਨੂੰ ਪ੍ਰਗਟ ਕਰਦੇ ਹੈ। ਇਸੇ ਤਰ੍ਹਾਂ ਹੀ ਰ ਦਾ ਬਣਿਆ ਹੈ ਪ੍ਰਚਾਰ, ਪ੍ਰਵੇਸ਼, ਪ੍ਰਤੀਕ। ਉਸ ਤੋਂ ਬਾਅਦ ਹੈ ਸਵੈ ਜੀਵਨੀ, ਸਵੈ ਚਾਲਕ, ਸਵੈ ਰੁਜ਼ਗਾਰ। ਇਸ ਦੇ ਵਿੱਚ ਵੀ ਵਰਨ ਵਾਵੇ ਨੂੰ ਪੈਰ ਦੇ ਵਿੱਚ ਪਾਇਆ ਗਿਆ ਹੈ। ਇਸ ਤਰ੍ਹਾਂ ਇਹ ਦੁੱਤ ਅੱਖਰ ਹਨ ਜਿਹੜੇ ਕਿ ਦੂਹਰੀ ਆਵਾਜ਼ ਨੂੰ ਪ੍ਰਗਟ ਕਰਨ ਲਈ ਪੈਰ ਵਿੱਚ ਲਗਾਏ ਜਾਂਦੇ ਹੈ। ਪਰ ਅੱਜ ਜਿਹੜੀ ਅਜੋਕੀ ਪੰਜਾਬੀ ਹੈ, ਇਸ ਵਿੱਚ ਦੁੱਤ ਅੱਖਰਾਂ ਦੀ ਜਿਹੜੀ ਵਰਤੋਂ ਹੈ ਦਿਨੋਂ ਦਿਨ ਘੱਟਦੀ ਜਾ ਰਹੀ। ਅੱਜ ਅਸੀਂ ਵਰਨ ਅਤੇ ਵਰਨਮਾਲਾ ਬਾਰੇ ਜਾਣਿਆ ਕਿ ਕਿੰਨੇ ਪ੍ਰਕਾਰ ਦੇ ਵਰਨ ਹੁੰਦੇ ਹੈ, ਵਰਨਮਾਲਾ ਨੂੰ ਕਿਸ ਤਰ੍ਹਾਂ ਤਰਤੀਬਵਾਰ ਲਿਖਿਆ ਜਾਂਦਾ ਹੈ। ਉਸ ਤੋਂ ਬਾਅਦ ਵਰਨਾਂ ਦੀ ਕਿਸਮਾਂ ਬਾਰੇ ਜਾਣਿਆ ਕਿ ਵਰਨ ਕਿੰਨੇ ਪ੍ਰਕਾਰ ਦੇ ਹੁੰਦੇ ਹੈ। ਅੱਗੇ ਵਰਨ ਅਤੇ ਭਾਗ ਤੋਂ ਬਾਅਦ ਅਸੀਂ
ਵਿਅੰਜਨ ਬਾਰੇ ਜਾਣਿਆ ਕਿ ਵਿਅੰਜਨ ਅੱਗੇ ਦੋ ਕਿਸਮ ਦੇ ਹੈ, ਅਨਾਸਿਕ ਹੈ, ਸਧਾਰਨ ਹੈ। ਫਿਰ ਅਸੀਂ ਦੁੱਤ ਅੱਖਰਾਂ ਬਾਰੇ ਜਾਣਿਆ ਜੋ ਪੈਰ ਵਿੱਚ ਲੱਗਦੇ ਹੈ। ਇਸ ਤਰ੍ਹਾਂ ਅਸੀਂ ਇਸ ਲੈਸਨ ਦੇ ਵਿੱਚ ਵਰਨਬੋਧ ਅਤੇ ਵਰਨਮਾਲਾ ਦੇ ਬਾਰੇ ਜਾਣਕਾਰੀ ਦਿੱਤੀ।